ਪਿਆਰੇ ਬੱਚਿਓ, ਅੱਜ ਆਪਾਂ 6ਵੀਂ ਕਲਾਸ ਦਾ ਪਾਠ ਗਲੋਬ ਧਰਤੀ ਦਾ ਮਾਡਲ, ਜਿਸ ਨੂੰ ਆਪਾਂ ਦੋ ਭਾਗਾਂ ਵਿੱਚ ਵੀਡੀਓ ਤਿਆਰ ਕਰਨੀ ਹੈ। ਪਹਿਲੇ ਭਾਗ ਦੀ ਵੀਡੀਓ ਦੇਖ ਰਹੇ ਹਾਂ। ਇਹ ਪਾਠ ਤੀਸਰਾ ਹੈ। ਧਰਤੀ ਦਾ ਆਕਾਰ ਬਹੁਤ ਵੱਡੇ ਗੋਲੇ ਵਾਂਗ ਹੈ। ਅਸੀਂ ਪੂਰੀ ਧਰਤੀ ਨੂੰ ਇੱਕੋ ਸਮੇਂ ਨਹੀਂ ਦੇਖ ਸਕਦੇ। ਇਸ ਲਈ ਧਰਤੀ ਨੂੰ ਪੂਰਾ ਦੇਖਣ ਅਤੇ ਪਰਖਣ ਲਈ ਇਸ ਦਾ ਮਾਡਲ ਬਣਾਇਆ ਗਿਆ, ਜਿਸ ਨੂੰ ਗਲੋਬ ਆਖਦੇ ਹਨ। ਤਾਂ ਗਲੋਬ ਕੀ ਹੈ? ਧਰਤੀ ਦਾ ਮਾਡਲ ਹੈ। ਪਿਛਲੇ ਪਾਠ ਵਿੱਚ ਤੁਸੀਂ ਧਰਤੀ ਦੀਆਂ ਪੁਲਾੜ ਵਿੱਚੋਂ ਲਈਆਂ ਗਈਆਂ ਤਸਵੀਰਾਂ ਵੇਖੀਆਂ ਹਨ। ਧਰਤੀ ਦੀ ਨੁਹਾਰ ਕਿਵੇਂ ਦੀ ਹੈ? ਤਸਵੀਰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਧਰਤੀ ਗੋਲ ਹੈ। ਇਸ ਨੂੰ ਗੋਲਾਕਾਰ ਸ਼ਕਲ ਦੀ ਆਖਦੇ ਹਨ। ਇਸ ਨੂੰ ਧਰਤਗੋਲਾ ਵੀ ਆਖਿਆ ਜਾਂਦਾ ਹੈ। ਅਸਲ ਵਿੱਚ ਧਰਤੀ ਬਿਲਕੁਲ ਗੇਂਦ ਵਾਂਗ ਗੋਲ ਨਹੀਂ, ਬਲਕਿ ਸਿਰਿਆਂ ਤੋਂ ਥੋੜ੍ਹੀ ਜਿਹੀ ਚਪਟੀ ਹੈ। ਇਸ ਲਈ ਗਲੋਬ ਉੱਤੇ ਇਸ ਦਾ ਬਿਲਕੁਲ ਸਹੀ ਮਾਡਲ 3 ਪਾਸੀ 3 ਡਾਇਮੈਂਸ਼ਨਲ ਮਾਡਲ ਦਿਖਾਇਆ ਜਾਂਦਾ ਹੈ। ਇਸ ਲਈ ਧਰਤੀ ਦੀ ਸਹੀ ਸ਼ਕਲ ਜਾਂ ਪ੍ਰਤੀਕ ਅਸੀਂ ਇਸ ਗਲੋਬ ਨੂੰ ਮੰਨਦੇ ਹਾਂ। ਬੱਚਿਓ, ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਦਾ ਗਲੋਬ ਤੁਹਾਡੇ ਸਕੂਲ ਦੇ ਵਿੱਚ, ਤੁਹਾਡੇ ਆਫਿਸ ਵਿੱਚ ਪਿਆ ਹੋਣਾ, ਜਿਹਨੂੰ ਤੁਸੀਂ ਘੁਮਾ ਕੇ ਦੇਖਦੇ ਹੋਣੇ। ਇਹਦੇ ਉੱਤੇ ਬਹੁਤ ਸਾਰੇ ਨਾਂ ਲਿਖੇ ਹੋਏ ਆ। ਨੀਲਾ ਨੀਲਾ ਜਿਹੜਾ ਸਾਰਾ ਪਾਣੀ, ਇਹਨੂੰ ਮਹਾਸਾਗਰ ਕਹਿੰਦੇ ਆ, ਅਤੇ ਬਾਕੀ ਸਾਰੇ ਦੇਸ਼ਾਂ ਦੇ ਨਾਮ ਹੈਗੇ। ਇਹ ਗਲੋਬ ਹੈ। ਗਲੋਬ ਨੂੰ ਧਿਆਨ ਨਾਲ ਦੇਖੋ। ਇਸ ਉੱਤੇ ਮਹਾਂਦੀਪ, ਮਹਾਸਾਗਰਾਂ ਦੇ ਆਕਾਰ, ਦੂਰੀਆਂ ਅਤੇ ਇਹਨਾਂ ਦੀਆਂ ਦਿਸ਼ਾਵਾਂ ਬਿਲਕੁਲ ਠੀਕ ਦਿਖਾਈਆਂ ਗਈਆਂ ਹਨ। ਦੂਸਰੇ ਸ਼ਬਦਾਂ ਵਿੱਚ ਗਲੋਬ ਹੀ ਧਰਤੀ ਦਾ ਪ੍ਰਤੀਰੂਪ ਹੈ। ਧਰਤੀ ਦੇ ਭੂ ਰੂਪਾਂ ਦਾ ਆਕਾਰ ਗਲੋਬ ਉੱਤੇ ਦਿਖਾਇਆ ਜਾਂਦਾ ਹੈ, ਜਿਵੇਂ ਕਿ ਮਹਾਂਦੀਪ ਅਤੇ ਮਹਾਸਾਗਰ। ਧਰਤੀ ਦੇ ਚਿੱਤਰ ਵੱਲ ਦੇਖਿਆ ਉੱਪਰਲੇ ਸਿਰੇ ਅਤੇ ਹੇਠਲੇ ਸਿਰੇ 'ਤੇ ਪੇਚ ਦਿਖਾਈ ਦੇਣਗੇ। ਜਦੋਂ ਆਪਾਂ ਗਲੋਬ ਨੂੰ ਦੇਖਾਂਗੇ, ਗਲੋਬ ਦੇ ਉੱਪਰ ਅਤੇ ਹੇਠਾਂ ਪੇਚ ਹੁੰਦੇ, ਜਿਹਦੇ ਵਿੱਚ ਗਲੋਬ ਨੂੰ ਟਿਕਾਇਆ ਜਾਂਦਾ, ਜਿਸ ਤੋਂ ਇਹ ਘੁੰਮਦਾ ਹੈ। ਉੱਪਰਲੇ ਸਿਰੇ ਨੂੰ ਉੱਤਰੀ ਧਰੁਵ ਅਤੇ ਹੇਠਲੇ ਸਿਰੇ ਨੂੰ ਦੱਖਣੀ ਧਰੁਵ ਮੰਨਿਆ ਜਾਂਦਾ ਹੈ। ਅੱਗੇ ਗਲੋਬ ਦੇ ਅੱਧ ਵਿਚਕਾਰੋਂ ਪੂਰਬ ਤੋਂ ਪੱਛਮ ਦਿਸ਼ਾ ਵੱਲ ਇੱਕ ਰੇਖਾ ਦਿਖਾਈ ਦਿੰਦੀ ਹੈ। ਇਸ ਨੂੰ ਭੂਮੱਧ ਰੇਖਾ ਮੰਨਿਆ ਜਾਂਦਾ ਹੈ। ਇਹ ਕੇਵਲ ਕਲਪਿਤ ਰੇਖਾ ਹੈ। ਕਲਪਿਤ ਰੇਖਾ ਸਿਰਫ ਅਸੀਂ ਸੋਚਦੇ ਹਾਂ, ਅਸਲ ਦੇ ਵਿੱਚ ਧਰਤੀ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਰੇਖਾ ਨਹੀਂ ਹੈ। ਸਿਰਫ ਸਮਝਾਉਣ ਅਤੇ ਦੱਸਣ ਦੇ ਲਈ ਇਹ ਰੇਖਾ ਸਾਡੇ ਵਿਗਿਆਨੀਆਂ ਨੇ ਬਣਾਈ ਹੈ। ਵਿਗਿਆਨੀਆਂ ਨੇ ਧਰਤੀ ਦਾ ਅਧਿਐਨ ਕਰਨ ਲਈ ਇਹ ਰੇਖਾ ਖਿੱਚੀ ਹੈ। ਇਹ ਰੇਖਾ ਧਰਤ ਗੋਲੇ ਨੂੰ 2 ਭਾਗਾਂ ਵਿੱਚ ਵੰਡਦੀ ਹੈ। ਭੂਮੱਧ ਰੇਖਾ ਦੇ ਬਾਰੇ ਦੱਸਿਆ ਆ। ਇਹ ਇੱਕ ਕਲਪਿਤ ਰੇਖਾ ਹੈ ਜੋ ਧਰਤੀ ਨੂੰ ਇੱਕ ਸਮਾਨ 2 ਅੱਧੇ ਭਾਗਾਂ ਵਿੱਚ ਵੰਡਦੀ ਹੈ, ਜਿਸ ਨੂੰ ਅਸੀਂ ਅਰਧਗੋਲਾ ਆਖਦੇ ਹਨ। ਉੱਪਰਲੇ ਅਰਧਗੋਲੇ ਨੂੰ ਉੱਤਰੀ ਅਰਧਗੋਲਾ ਆਖਦੇ ਹਨ। ਹੇਠਲੇ ਅਰਧਗੋਲੇ ਨੂੰ ਦੱਖਣੀ ਅਰਧਗੋਲਾ ਆਖਿਆ ਜਾਂਦਾ ਹੈ। ਹੁਣ ਅਰਧਗੋਲਾ ਕੀ ਹੈ? ਕਈ ਵਾਰ ਬੱਚਿਓ ਕੁਐਸਚਨ ਆ ਜਾਂਦਾ, ਅਰਧਗੋਲਾ ਕੀ ਹੈ? ਤੇ ਗੋਲੇ ਦੇ ਅੱਧੇ ਭਾਗ ਨੂੰ ਅਰਧਗੋਲਾ ਕਿਹਾ ਜਾਂਦਾ ਹੈ। ਇੱਥੇ ਗੋਲਾ ਕਿਹਨੂੰ ਕਿਹਾ ਗਿਆ ਹੈ? ਧਰਤੀ ਨੂੰ। ਇਸ ਤੋਂ ਪਹਿਲਾਂ ਕਿ ਅੱਗੇ ਆਪਾਂ ਹੋਰ ਇਹਦੇ ਬਾਰੇ ਪੜ੍ਹੀਏ, ਸਾਨੂੰ ਦਿਸ਼ਾਵਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਬੱਚਿਓ ਦੇਖੋ, ਜੇ ਸਾਡੀ ਇੱਕ ਧਰਤੀ ਆ ਅਤੇ ਉੱਤਰ ਉੱਪਰ ਵਾਲਿਆ, ਦੱਖਣ ਹੇਠਾਂ ਆ, ਅਤੇ ਤੁਹਾਡੇ ਸੱਜੇ ਪਾਸੇ ਪੂਰਬ ਆ, ਖੱਬੇ ਪਾਸੇ ਪੱਛਮ ਆ। ਇਹ ਦਿਸ਼ਾਵਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਆਪਣੇ ਆਪ ਨੂੰ ਇਹ ਮੰਨ ਕੇ ਚੱਲੋ, ਤੁਸੀਂ ਇੱਕ ਗੋਲਾ ਹੋ ਅਤੇ ਤੁਹਾਡੇ ਸਿਰ ਜਿਹੜਾ ਆ ਉਹ ਉੱਤਰ ਵੱਲ ਆ, ਪੈਰ ਦੱਖਣ ਵੱਲ ਆ, ਸੱਜਾ ਹੱਥ ਜਿਹੜਾ ਉਹ ਪੂਰਬ ਵੱਲ ਆ, ਖੱਬਾ ਜਿਹੜਾ ਪੱਛਮ ਵੱਲ ਆ। ਤਾਂ ਹੀ ਤੁਸੀਂ ਦਿਸ਼ਾਵਾਂ ਦੀ ਸਹੀ ਜਾਣਕਾਰੀ ਲੈ ਸਕਦੇ ਹੋ। ਅੱਗੇ ਜੇ ਤੁਸੀਂ ਗਲੋਬ ਦੀ ਗੱਲ ਕਰਦੇ, ਇਹਦੇ ਵਿੱਚ 2 ਚੀਜ਼ਾਂ ਆਉਂਦੀਆਂ, ਅਕਸ਼ਾਂਸ਼ ਅਤੇ ਦੇਸ਼ਾਂਤਰ। ਤਾਂ ਅਕਸ਼ਾਂਸ਼ ਕੀ ਆ? ਇਹਨੂੰ ਅਸੀਂ ਵਿਥਕਾਰ ਵੀ ਕਹਿੰਦੇ ਹਾਂ। ਵਿਗਿਆਨਕਾਂ ਨੇ ਗਲੋਬ ਨੂੰ ਧਰਤੀ ਦਾ ਪ੍ਰਤੀਰੂਪ ਮੰਨਦਿਆਂ ਧਰਤੀ ਦਾ ਅਧਿਐਨ ਕਰਨ ਲਈ ਪੂਰਬ ਪੱਛਮ ਦਿਸ਼ਾ ਵਿੱਚ ਕਲਪਿਤ ਰੇਖਾਵਾਂ ਖਿੱਚੀਆਂ ਹਨ। ਇਹ ਸਾਰੀਆਂ ਰੇਖਾਵਾਂ ਗੋਲਾਕਾਰ ਰੂਪ ਵਿੱਚ ਹਨ। ਇਹ ਭੂ-ਮੱਧ ਰੇਖਾ ਦੇ ਸਮਾਂਤਰ ਹਨ। ਇਹਨਾਂ ਨੂੰ ਅਕਸ਼ਾਂਸ਼ ਜਾਂ ਵਿਥਕਾਰ ਰੇਖਾਵਾਂ ਆਖਦੇ ਹਨ। ਅੱਗੇ ਸਮਾਂਤਰ ਰੇਖਾਵਾਂ ਬਾਰੇ ਵੀ ਦੱਸਿਆ ਆ। ਭੇਖਾਵਾਂ ਲਿਖਿਆ ਹੈ, ਬਟ ਹੈ ਰੇਖਾਵਾਂ। ਉਹ ਰੇਖਾਵਾਂ ਹਨ ਜਿਹੜੀਆਂ ਇੱਕ ਦੂਜੇ ਨਾਲੋਂ ਇੱਕ ਹੀ ਵਿੱਥ ਨਾਲ ਖਿੱਚੀਆਂ ਜਾਂਦੀਆਂ ਹਨ, ਅਤੇ ਇਹ ਰੇਖਾਵਾਂ ਇੱਕ ਦੂਜੇ ਨੂੰ ਕਿਸੇ ਵੀ ਬਿੰਦੂ ਉੱਤੇ ਕੱਟਦੀਆਂ ਨਹੀਂ। ਮੈਥ ਵਿੱਚ ਤੁਸੀਂ ਹਿਸਾਬ ਦੇ ਵਿੱਚ ਸਮਾਂਤਰ ਰੇਖਾਵਾਂ ਪੜ੍ਹਦੇ ਹੋ, ਤੁਹਾਨੂੰ ਪਤਾ ਹੈ ਸਮਾਂਤਰ ਰੇਖਾਵਾਂ ਕੀ ਹੁੰਦੀਆਂ, ਜਿਹੜੀਆਂ ਇੱਕ ਦੂਜੇ ਨੂੰ ਕੱਟਦੀਆਂ ਨਹੀਂ, ਸਿੱਧੀਆਂ ਨਾਲ ਨਾਲ ਬਰਾਬਰ ਚੱਲਦੀਆਂ। ਜਿਵੇਂ ਰੇਲਵੇ ਲਾਈਨ ਹੈਗੀ ਆ, ਉਹ ਸਮਾਂਤਰ ਰੇਖਾ ਦੀ ਉਦਾਹਰਨ ਆ। ਇਹ ਸਿੱਧੀਆਂ ਜਾਂ ਗੋਲਾਕਾਰ ਕਿਸੇ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਆ ਬੱਚਿਓ, ਫੋਟੋ ਤੁਹਾਡੀ ਕਿਤਾਬ 'ਚੋਂ ਲਈ ਗਈ ਹੈ। ਦੇਖੋ,
ਇੱਕ ਗੇਂਦ ਵਾਂਗੂ ਆ, ਧਰਤੀ ਦਾ ਮਾਡਲ ਆ, ਗਲੋਬ ਆ। ਉੱਪਰ 90 ਜਿੱਥੇ ਲਿਖਿਆ ਉੱਥੇ ਉੱਤਰੀ ਧਰੁਵ ਆ, ਥੱਲੇ 90 ਲਿਖਿਆ ਉੱਥੇ ਦੱਖਣੀ ਧਰੁਵ ਆ। ਠੀਕ ਹੈ, ਵਿੱਚ 0 ਲਿਖਿਆ ਉਹ ਭੂ-ਮੱਧ ਰੇਖਾ ਆ। ਆਹ ਸਾਰੀਆਂ ਰੇਖਾਵਾਂ ਕਲਪਿਤ ਰੇਖਾਵਾਂ ਆ, ਇਹ ਮੰਨੀਆਂ ਆ, ਅਸਲ ਦੇ ਵਿੱਚ ਨਹੀਂ ਹੈਗੀਆਂ। ਠੀਕ ਹੈ ਜੀ। ਭੂ-ਮੱਧ ਰੇਖਾ ਤੋਂ ਉੱਪਰਲਾ ਹਿੱਸਾ ਉੱਤਰੀ ਅਰਧ-ਗੋਲਾ ਆ ਅਤੇ ਹੇਠਿਆਂ ਵਾਲਾ ਹਿੱਸਾ ਜਿਹੜਾ ਆ ਉਹ ਦੱਖਣੀ ਅਰਧ-ਗੋਲਾ। ਤੁਸੀਂ ਇਹ ਰੇਖਾਵਾਂ ਦੇਖ ਲਓ, ਇਹ ਸਾਰੀਆਂ ਅਕਸ਼ਾਂਸ਼ ਰੇਖਾਵਾਂ ਆ ਜਿਹਦੇ ਬਾਰੇ ਆਪਾਂ ਪੜ੍ਹ ਰਹੇ ਹਾਂ। ਵਿੱਥਕਾਰ ਨੇ ਇਹ ਸਾਰੀਆਂ। ਪਿਛਲੀ ਸਲਾਈਡ ਵਿੱਚ ਦਿੱਤੇ ਗਏ ਚਿੱਤਰ ਵੱਲ ਦੇਖੋ, ਉਸੇ ਚਿੱਤਰ ਦੇ ਹਿਸਾਬ ਨਾਲ ਅੱਗੇ ਕੁਛ ਲਿਖਿਆ। ਦੇਖੋ 0 ਡਿਗਰੀ ਅਕਸ਼ਾਂਸ਼ ਰੇਖਾ ਜਿਹੜੀ ਆ ਉਹਨੂੰ ਅਸੀਂ ਭੂ-ਮੱਧ ਰੇਖਾ ਕਹਿੰਦੇ। ਜਿੱਥੇ 0 ਡਿਗਰੀ ਉਹ ਭੂ-ਮੱਧ ਰੇਖਾ ਆ। ਫਿਰ ਉੱਤਰ ਵਾਲੀਆਂ ਉੱਤਰੀ ਅਕਸ਼ਾਂਸ਼ ਰੇਖਾਵਾਂ ਜਿਹੜੀਆਂ ਉੱਪਰ ਨੂੰ ਹੈਗੀਆਂ ਉੱਤਰੀ ਅਕਸ਼ਾਂਸ਼ ਰੇਖਾਵਾਂ, ਜਿਹੜੀਆਂ ਹੇਠਾਂ ਨੂੰ ਉਹ ਦੱਖਣੀ ਅਕਸ਼ਾਂਸ਼ ਰੇਖਾਵਾਂ ਆ। ਅਤੇ ਕੁੱਲ ਅਕਸ਼ਾਂਸ਼ਾਂ ਦੀ ਜਾਂ ਕੁੱਲ ਵਿੱਥਕਾਰਾਂ ਦੀ ਗਿਣਤੀ 180 ਆ। ਤੁਸੀਂ ਦੇਖੋ ਜਿੱਥੇ ਧਰੁਵ ਲਿਖਿਆ ਸੀ ਉੱਥੇ 90 ਲਿਖਿਆ, ਥੱਲੇ ਵਾਲੇ ਪਾਸੇ ਵੀ 90 ਲਿਖਿਆ। 90 ਅਤੇ 90 180 ਅਤੇ 181ਵੀਂ ਕਿਹੜੀ ਆ ਉਹ 0 ਡਿਗਰੀ ਆ। ਠੀਕ ਹੈ, ਉਹ 0 ਡਿਗਰੀ ਕਿਹੜੀ ਭੂ-ਮੱਧ ਰੇਖਾ। ਉਹਨੂੰ ਮਿਲਾ ਕੇ ਅਸੀਂ ਕੁੱਲ ਵਿੱਥਕਾਰਾਂ ਦੀ ਗਿਣਤੀ ਸਾਡੇ ਕੋਲ ਕਿੰਨੀ ਆ 181 ਆ। ਹੁਣ ਪ੍ਰਮੁੱਖ ਵਿੱਥਕਾਰ ਕੁਛ ਹੈਗੇ, ਉਹਨਾਂ ਦੇ ਬਾਰੇ ਜਾਣਕਾਰੀ ਲੈਂਦੇ ਹਾਂ। 0 ਡਿਗਰੀ ਸਾਡੇ ਕੋਲ ਹੈਗਾ ਜੀ ਭੂ-ਮੱਧ ਰੇਖਾ, ਉਹ ਸਾਨੂੰ ਅਸੀਂ ਪੜ੍ਹ ਲਿਆ ਵੀ ਭੂ-ਮੱਧ ਰੇਖਾ ਕੀ ਹੈਗੀ ਆ। ਉਸ ਤੋਂ ਬਾਅਦ 23.5 ਡਿਗਰੀ ਉੱਤਰ ਅਤੇ 23.5 ਡਿਗਰੀ ਦੱਖਣ। ਜਿਹੜੀ ਉੱਤਰ ਵਾਲੀ ਰੇਖਾ ਹੈ ਉਹਨੂੰ ਅਸੀਂ ਕਰਕ ਰੇਖਾ ਕਹਿੰਦੇ ਹਾਂ। ਜਿਹੜੀ ਦੱਖਣ ਵਾਲੀ ਹੈ ਉਹਨੂੰ ਅਸੀਂ ਮਕਰ ਰੇਖਾ ਕਹਿੰਦੇ ਹਾਂ। ਫਿਰ ਇੱਦਾਂ ਹੀ 66 ਡਿਗਰੀ ਉੱਤਰ ਉਹਨੂੰ ਆਰਕਟਿਕ ਗੋਲਾਕਾਰ ਕਹਿੰਦੇ ਹਾਂ। ਜਿਹੜਾ 66 ਡਿਗਰੀ ਦੱਖਣ ਦੇ ਵਿੱਚ ਜਿਹੜੀ ਰੇਖਾ ਹੈਗੀ, ਜਿਹੜਾ ਵਿੱਥਕਾਰ ਆ, ਜਿਹੜਾ ਅਕਸ਼ਾਂਸ਼ ਆ, ਉਹਨੂੰ ਅਸੀਂ ਅੰਟਾਰਕਟਿਕ ਗੋਲਾਕਾਰ ਕਹਿੰਦੇ ਹਾਂ। ਠੀਕ ਹੈ ਜੀ। ਹੁਣ ਦੇਖੋ ਧਰੁਵ ਜਿਹੜਾ ਆ, ਧਰੁਵ ਇੱਥੇ 0 ਡਿਗਰੀ ਲਿਖਿਆ ਗਿਆ ਆ, ਜਦ ਕਿ ਅਸਲ ਦੇ ਵਿੱਚ 90 ਡਿਗਰੀ ਆਉਣਾ ਸੀਗਾ। ਠੀਕ ਹੈ, ਤਾਂ ਥੋੜ੍ਹੀ ਜਿਹੀ ਟਾਈਪਿੰਗ ਮਿਸਟੇਕ ਹੈਗੀ ਆ। ਤਾਂ 90 ਡਿਗਰੀ ਉੱਤਰੀ ਧਰੁਵ ਆ। ਠੀਕ ਹੈ ਜੀ। ਇੱਦਾਂ ਹੀ 90 ਡਿਗਰੀ ਦੱਖਣੀ ਧਰੁਵ ਆ। ਆਹ ਤੁਸੀਂ ਰੇਖਾਵਾਂ ਦੇਖ ਲਓ। ਮੰਨ ਲਓ ਇੱਕ ਗੇਂਦ ਆ, ਤੁਸੀਂ ਉਹਦੇ ਉੱਤੇ ਇੱਦਾਂ ਰੇਖਾਵਾਂ ਖਿੱਚ ਲਓਗੇ ਜਿਸ ਤਰ੍ਹਾਂ ਦੱਸੀਆਂ ਹੋਈਆਂ। ਇਹ ਅਕਸ਼ਾਂਸ਼ ਰੇਖਾਵਾਂ ਆ। ਅਕਸ਼ਾਂਸ਼ ਰੇਖਾਵਾਂ ਅਤੇ ਵਿੱਥਕਾਰ ਦੋਵੇਂ ਇੱਕੋ ਹੀ ਚੀਜ਼ ਆ, ਉਹਨਾਂ ਨੂੰ ਦੋ ਅਲੱਗ-ਅਲੱਗ ਨਾਮ ਹੈਗੇ ਆ। ਹੁਣ ਇਹਨਾਂ ਦਾ ਮਹੱਤਵ ਕੀ ਹੈ ਅਕਸ਼ਾਂਸ਼ਾਂ ਦਾ? ਇੱਕ ਤਾਂ ਅਸੀਂ ਅਕਸ਼ਾਂਸ਼ਾਂ ਦੇ ਰਾਹੀਂ ਤਾਪਮਾਨ ਦਾ ਪਤਾ ਲੱਗ ਸਕਦੇ ਹਾਂ ਵੀ ਕਿਸੇ ਜਗ੍ਹਾ ਦਾ ਤਾਪਮਾਨ ਕਿਹੋ ਜਿਹਾ ਆ, ਕਿਉਂਕਿ ਜਿਹੜੀ ਭੂ-ਮੱਧ ਰੇਖਾ ਹੈ ਉਹਦੇ ਉੱਤੇ ਸਭ ਤੋਂ ਵੱਧ ਗਰਮੀ ਹੁੰਦੀ ਹੈ। ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਅਤੇ ਜਦੋਂ ਅਸੀਂ ਭੂ-ਮੱਧ ਰੇਖਾ ਤੋਂ ਉੱਪਰ ਨੂੰ ਧਰੁਵ ਵੱਲ ਨੂੰ ਜਾਂਦੇ ਹਾਂ ਅਤੇ ਗਰਮੀ ਦੀ ਮਾਤਰਾ ਘਟਣ ਲੱਗ ਪੈਂਦੀ ਹੈ। ਜੇ ਹੇਠਾਂ ਨੂੰ ਜਾਂਦੇ ਤਾਂ ਵੀ ਗਰਮੀ ਦੀ ਮਾਤਰਾ ਘਟਣ ਲੱਗ ਜਾਂਦੀ ਹੈ। ਇਸ ਤਰ੍ਹਾਂ ਅਸੀਂ ਜਿਹੜਾ ਤਾਪਮਾਨ ਦਾ ਪਤਾ ਇਹਨਾਂ ਅਕਸ਼ਾਂਸ਼ਾਂ ਤੋਂ ਲਾ ਸਕਦੇ ਹਾਂ। ਦੂਸਰੀ ਚੀਜ਼ ਹੈ ਗਰਮ ਖੇਤਰ ਅਤੇ ਠੰਡੇ ਖੇਤਰ ਦਾ ਪਤਾ ਕਰਨਾ। ਦੇਖੋ 0 ਡਿਗਰੀ ਤੋਂ ਲੈ ਕੇ 10 ਡਿਗਰੀ ਭਾਵੇਂ ਉੱਤਰ ਆ ਭਾਵੇਂ ਦੱਖਣ ਆ, ਉਹਦਾ ਜਿਹੜਾ ਖੇਤਰ ਆ ਉਹ ਸਾਰਾ ਗਰਮ ਖੇਤਰ ਆ, ਕਿਉਂਕਿ ਸੂਰਜ ਦੀਆਂ ਕਿਰਨਾਂ ਲਗਾਤਾਰ ਸਿੱਧੀਆਂ ਉੱਤੇ ਪੈਂਦੀਆਂ ਹਨ। ਅਤੇ ਜਿਹੜਾ ਖੇਤਰ 50 ਡਿਗਰੀ ਤੋਂ 90 ਤੱਕ ਜਾਂਦਾ ਉੱਪਰ ਨੂੰ ਉੱਤਰ ਨੂੰ, ਜਾਂ 50 ਡਿਗਰੀ ਤੋਂ ਥੱਲੇ ਨੂੰ ਜਾਂਦਾ ਦੱਖਣ ਵੱਲ ਨੂੰ, ਉਹ ਜਿਹੜਾ ਠੰਡਾ ਖੇਤਰ ਆ। ਫਿਰ ਭੂ-ਮੱਧ ਰੇਖਾ ਤੋਂ ਅਸੀਂ ਕਿਸੇ ਥਾਂ ਦੀ ਜਿਹੜੀ ਦੂਰੀ ਪਤਾ ਕਰ ਸਕਦੇ ਹਾਂ। ਤੁਸੀਂ ਬੱਚਿਓ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਯਾਦ ਰੱਖਣ ਵਾਲੀ ਕਿ 1 ਡਿਗਰੀ, ਜੇਕਰ ਅਸੀਂ ਭੂ-ਮੱਧ ਰੇਖਾ ਤੋਂ 1 ਡਿਗਰੀ ਉੱਪਰ ਨੂੰ ਜਾਂਦੇ ਹਾਂ ਤਾਂ ਉਹਦਾ ਕਿਲੋਮੀਟਰਾਂ ਵਿੱਚ ਜਿਹੜਾ ਸਫ਼ਰ ਹੈਗਾ ਉਹ 111 ਕਿਲੋਮੀਟਰ ਆ। ਮੰਨ ਲਓ ਅਸੀਂ 5 ਡਿਗਰੀ ਉੱਪਰ ਨੂੰ ਜਾਂਦੇ ਹਾਂ ਤਾਂ ਉਹ 5 ਗੁਣਾ 111 555 ਕਿਲੋਮੀਟਰ ਬਣ ਜਾਂਦਾ। ਇਸ ਤਰ੍ਹਾਂ ਅਸੀਂ ਜਿਹੜਾ ਅਕਸ਼ਾਂਸ਼ਾਂ ਦੇ ਰਾਹੀਂ ਇਸ ਚੀਜ਼ ਦਾ ਪਤਾ ਲਾ ਸਕਦੇ ਹਾਂ। ਅਗਲੀ ਚੀਜ਼ ਹੈਗੀ ਬੱਚਿਓ ਦਿਸ਼ਾਂਤਰ ਜਾਂ ਲੰਬਕਾਰ। ਉਹਨੂੰ ਵਿੱਥਕਾਰ ਕਹਿੰਦੇ ਆ ਅਤੇ ਅਕਸ਼ਾਂਸ਼ ਕਹਿੰਦੇ ਆ। ਇਹਨੂੰ ਦਿਸ਼ਾਂਤਰ ਕਹਿੰਦੇ ਆ ਅਤੇ ਲੰਬਕਾਰ ਕਹਿੰਦੇ ਆ। ਧਰਤੀ ਦੇ ਮਾਡਲ ਉੱਤੇ ਉੱਤਰ ਤੋਂ ਦੱਖਣ ਵੱਲ ਲਾਈਨਾਂ ਵੀ ਖਿੱਚੀਆਂ ਜਾਂਦੀਆਂ ਹਨ। ਇਹ ਰੇਖਾਵਾਂ ਸਮਾਂਤਰ ਨਹੀਂ ਹੁੰਦੀਆਂ ਪਰ ਕਾਫੀ ਹੱਦ ਤੱਕ ਗੋਲਾਕਾਰ ਹੁੰਦੀਆਂ ਹਨ। ਇਹਨਾਂ ਰੇਖਾਵਾਂ ਨੂੰ ਲੰਬਕਾਰ ਜਾਂ ਦਿਸ਼ਾਂਤਰ ਰੇਖਾਵਾਂ ਆਖਦੇ ਹਨ। ਪੜ੍ਹਨ ਵਿੱਚ ਸੌਖ ਲਈ ਇੱਕ ਸਾਰ ਮਿਆਰ ਅਨੁਸਾਰ ਜਿਹੜਾ ਦਿਸ਼ਾਂਤਰ ਇੰਗਲੈਂਡ ਦੇ ਗ੍ਰੀਨਵਿਚ ਵਿੱਚੋਂ ਲੰਘਦਾ ਹੈ ਉਸ ਨੂੰ ਮੁੱਖ ਮੱਧਿਆਨ ਰੇਖਾ ਜਾਂ 0 ਡਿਗਰੀ ਲੰਬਕਾਰ ਦਾ ਨਾਮ ਦਿੱਤਾ ਗਿਆ ਹੈ। ਇੰਗਲੈਂਡ ਦੇ ਵਿੱਚ ਇੱਕ ਜਗ੍ਹਾ ਹੈ ਗ੍ਰੀਨਵਿਚ, ਜਿਹਦੇ ਵਿੱਚ ਇੱਕ ਰੇਖਾ ਖਿੱਚੀ ਗਈ ਆ ਜਿਹਨੂੰ ਅਸੀਂ ਮੁੱਖ ਮੱਧਿਆਨ ਰੇਖਾ ਕਹਿ ਦਿੰਦੇ ਹਾਂ। ਯਾਨੀ ਉਸ ਤੋਂ ਹੀ ਸਟੈਂਡਰਡ ਟਾਈਮ ਜਿਹੜਾ ਹੈ ਕੈਲਕੂਲੇਟ ਕਰਦੇ ਹਾਂ। ਉਹ 0 ਡਿਗਰੀ ਉਹਨੂੰ ਮੰਨ ਕੇ ਚੱਲਦੇ ਵੀ ਉਹ ਲੰਬਕਾਰ 0 ਡਿਗਰੀ, ਜਿਵੇਂ ਭੂ-ਮੱਧ ਰੇਖਾ ਆ ਇੱਦਾਂ ਦੂਸਰੇ ਪਾਸਿਓਂ ਉਹ ਜਿਹੜੀ ਹੈ 0 ਡਿਗਰੀ ਹੈ। ਤੁਸੀਂ ਦੇਖੋ ਇਹ ਸਾਰੇ ਲੰਬਕਾਰ ਆ।
ਦੇਸ਼ਾਂਤਰ ਰੇਖਾਵਾਂ। ਵਿਚਕਾਰ ਦੇਖੋ ਗ੍ਰੀਨ ਵਿੱਚ ਲਿਖਿਆ ਉਹ ਇੱਕ ਰੇਖਾ ਹੈਗੀ ਜਿਹੜੀ ਵਿਚਕਾਰਲੀ ਰੇਖਾ ਉਹ 0 ਡਿਗਰੀ ਆ। ਪਿੱਛੇ ਦੇਖੋ ਘੁੰਮੀ ਜਾਂਦੇ ਆ 180 ਡਿਗਰੀ ਤੱਕ ਇੱਧਰ ਜਾਂਦੀਆਂ, 180 ਡਿਗਰੀ ਤੱਕ ਇੱਧਰ ਜਾਂਦੀਆਂ। ਇਹ ਸਾਰੀਆਂ ਲੰਬਕਾਰ ਹੈ। ਤੁਸੀਂ ਸ਼ਕਲ ਤੋਂ ਦੇਖ ਲਓ ਕਿਵੇਂ ਲਾਈਨਾਂ ਖਿੱਚੀਆਂ ਹੋਈਆਂ। ਇਹ ਲੰਬਕਾਰ ਰੇਖਾਵਾਂ ਆ, ਦੂਜੀਆਂ ਜਿਹੜੀਆਂ ਸੀਗੀਆਂ ਉਹ ਵਿੱਤਕਾਰ ਰੇਖਾਵਾਂ। ਠੀਕ ਹੈ ਜੀ। ਅੱਗੇ ਹੈ ਬੱਚੋ ਦੇਸ਼ਾਂਤਰਾਂ ਦਾ ਜਾਂ ਲੰਬਕਾਰਾਂ ਦਾ ਮਹੱਤਵ ਕੀ ਹੈ। ਪਹਿਲਾ ਮਹੱਤਵ ਹੈ ਵੀ ਦੇਸ਼ਾਂਤਰਾਂ ਦੀ ਮਦਦ ਨਾਲ ਅਸੀਂ ਕਿਸੇ ਸਥਾਨ ਦੀ ਪੂਰਬ ਤੋਂ ਪੱਛਮ ਵੱਲ ਦੀ ਦੂਰੀ ਦਾ ਪਤਾ ਲਾ ਸਕਦੇ ਹਾਂ। ਜਿਵੇਂ ਕਿ ਮੰਨ ਲਓ ਅਸੀਂ ਲੁਧਿਆਣਾ ਇਹ ਮੰਨ ਕੇ ਚੱਲਦੇ ਹਾਂ ਕਿ 76 ਡਿਗਰੀ ਪੂਰਬ ਦੇਸ਼ਾਂਤਰ 'ਤੇ ਸਥਿਤ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਮੁੱਖ ਮਧਿਆਨ ਰੇਖਾ ਗ੍ਰੀਨਵਿਚ ਰੇਖਾ ਹੈਗੀ ਉਸ ਤੋਂ 76 ਡਿਗਰੀ ਪੂਰਬ ਵਿੱਚ ਲੁਧਿਆਣਾ ਹੈਗਾ। ਇਸ ਤਰ੍ਹਾਂ ਅਸੀਂ ਉਹਦੀ ਦੂਰੀ ਪਤਾ ਲਾ ਸਕਦੇ ਹਾਂ ਨਾ। ਦੂਸਰਾ ਹੈਗਾ ਦੇਸ਼ਾਂਤਰਾਂ ਦੀ ਮਦਦ ਨਾਲ ਅਸੀਂ ਸਥਾਨਕ ਸਮਾਂ ਕੱਢ ਸਕਦੇ ਹਾਂ। 1 ਡਿਗਰੀ ਦੇਸ਼ਾਂਤਰ, ਜਦੋਂ 1 ਡਿਗਰੀ ਦੇਸ਼ਾਂਤਰ ਤੋਂ ਅਗਲੀ ਡਿਗਰੀ ਦੇਸ਼ਾਂਤਰ ਤੱਕ ਆਪਾਂ ਜਾਂਦੇ ਹਾਂ ਤਾਂ 4 ਮਿੰਟ ਦਾ ਸਮਾਂ ਲੱਗਦਾ ਆ। ਇਸ ਤਰ੍ਹਾਂ ਅਸੀਂ ਹੁਣ ਸਾਨੂੰ ਪਤਾ ਵੀ ਗ੍ਰੀਨਵਿਚ ਰੇਖਾ ਜਿਹੜੀ ਇੰਗਲੈਂਡ ਦੇ ਵਿੱਚ ਉਹ 0 'ਤੇ ਹੈ ਨਾ। ਠੀਕ ਹੈ ਨਾ। ਅਤੇ ਜੇਕਰ ਅਸੀਂ ਮੰਨ ਲਓ ਭਾਰਤ ਦਾ ਸਮਾਂ ਕੱਢਣਾ ਤਾਂ ਭਾਰਤ ਜਿਹੜਾ 82 ਡਿਗਰੀ ਪੂਰਬ ਦੇਸ਼ਾਂਤਰ 'ਤੇ ਆ, ਪੂਰਬ ਵਿੱਚ ਆ, ਗ੍ਰੀਨਵਿਚ ਤੋਂ ਪੂਰਬ ਦੇ ਵਿੱਚ ਆ। ਯਾਨੀ 1 ਡਿਗਰੀ 'ਤੇ ਜੇਕਰ 4 ਮਿੰਟ ਲੱਗਦੇ ਆ ਤਾਂ ਦੇਖੋ 82 ਨੂੰ 4 ਨਾਲ ਗੁਣਾ ਕਰਾਂਗੇ ਤਾਂ 350 ਆਊਗਾ, 330 ਆਊਗਾ। 1 ਘੰਟੇ ਵਿੱਚ 60 ਮਿੰਟ ਹੁੰਦੇ ਹਨ। ਜੇ 330 ਮਿੰਟਾਂ ਨੂੰ ਅਸੀਂ ਘੰਟਿਆਂ 'ਚ ਵੰਡਾਂਗੇ ਤਾਂ ਉਹ 5 ਘੰਟੇ ਅਤੇ 30 ਮਿੰਟ ਹੁੰਦੇ ਹਨ। ਇਸੇ ਤਰ੍ਹਾਂ ਆਪਾਂ ਇਹ ਪਤਾ ਕਰ ਸਕਦੇ ਹਾਂ ਕਿਉਂਕਿ ਇੰਗਲੈਂਡ ਦੇ ਵਿੱਚ ਜਿਹੜਾ ਟਾਈਮ ਆ ਉਹ ਸਾਡੇ ਤੋਂ 5.5 ਘੰਟੇ ਪਿੱਛੇ ਆ। ਅਤੇ ਅਸੀਂ ਕਿਸੇ ਵੀ ਜਗ੍ਹਾ ਦਾ ਜੇਕਰ ਸਾਨੂੰ ਦੇਸ਼ਾਂਤਰ ਦਾ ਪਤਾ ਆ ਅਤੇ ਸਾਨੂੰ ਪਤਾ ਵੀ ਕਿਹੜੇ ਦੇਸ਼ਾਂਤਰ ਆ ਅਤੇ ਅਸੀਂ ਇਹ ਪਤਾ ਕਰ ਸਕਦੇ ਹਾਂ ਵੀ ਉਹ ਦੇਸ਼ ਦਾ ਸਮਾਂ ਸਾਡੇ ਦੇਸ਼ ਤੋਂ ਕਿੰਨਾ ਕੁ ਅੱਗੇ ਜਾਂ ਪਿੱਛੇ ਹੈ। ਬੇਟਾ ਆਹ ਦੇਖੋ ਸੰਸਾਰ ਦਾ ਨਕਸ਼ਾ ਆ। ਇਹਦੇ ਵਿੱਚ ਕੁਛ ਹਰਾ ਜਿਹਾ ਅਤੇ ਉਹ ਜਿਹੜਾ ਤੁਹਾਨੂੰ ਭੂਰਾ ਜਿਹਾ ਦਿਖ ਰਿਹਾ ਆ ਉਹ ਗ੍ਰੀਨਵਿਚ ਰੇਖਾ ਯਾਨੀ 0 ਡਿਗਰੀ ਦੇ ਉੱਤੇ ਇਹ ਦੇਸ਼ ਇਹ ਆਉਂਦੇ ਆ। ਇਹਨਾਂ 'ਤੇ 0 ਡਿਗਰੀ ਦੇਸ਼ਾਂਤਰ ਆਉਂਦਾ ਆ। ਠੀਕ ਹੈ ਜੀ। ਹੁਣ ਆਹ ਇੱਕ ਹੋਰ ਫੋਟੋ ਹੈਗੀ, ਦੇਖੋ ਇਹਦੇ 'ਤੇ ਕੁਛ ਲਿਖਿਆ ਵੀ ਸਮਝ ਲੱਗਦਾ ਇੱਥੇ ਗ੍ਰੀਨਵਿਚ ਰੇਖਾ ਹੈਗੀ। ਇੱਦਾਂ ਹੀ ਇਹ ਇੰਗਲੈਂਡ ਦੇ ਵਿੱਚ ਬਣੀ ਹੈ। ਗ੍ਰੀਨਵਿਚ ਨਾਂ ਦੀ ਥਾਂ ਦੇ ਵਿੱਚ ਇੱਦਾਂ ਇੱਕ ਲਾਈਨ ਖਿੱਚੀ ਹੋਈ ਹੈ, ਉਹਦੇ ਉੱਤੇ ਆ ਸਾਰਾ ਕੁਛ ਲਿਖਿਆ ਹੋਇਆ। ਠੀਕ ਹੈ ਜੀ। ਜੇਕਰ ਤੁਸੀਂ ਲੱਭੋਗੇ ਨੈੱਟ ਦੇ ਉੱਤੇ ਗ੍ਰੀਨਵਿਚ ਰੇਖਾ ਤਾਂ ਤੁਹਾਨੂੰ ਉਹ ਲੱਭ ਸਕਦੀ ਹੈ। ਠੀਕ ਹੈ। ਇਸ ਤਰ੍ਹਾਂ ਜਿਹੜਾ ਇਹ ਸਾਡਾ ਲੈਸਨ ਸੀਗਾ ਇਹ ਕੰਪਲੀਟ ਹੋ ਗਿਆ। ਤਾਂ ਬੱਚਿਓ ਕੁਛ ਹਿੱਸਾ ਹੋਰ ਰਹਿ ਗਿਆ ਇਹਦਾ, ਕੋਸ਼ਿਸ਼ ਕਰਾਂਗੇ ਵੀ ਅਗਲੇ ਵੀਡੀਓ ਦੇ ਵਿੱਚ ਉਹ ਪਾਠ ਆਪਾਂ ਪੂਰਾ ਕਰ ਲਈਏ। ਤਾਂ ਇਸ ਨੂੰ ਧਿਆਨ ਨਾਲ ਦੇਖੋ ਅਤੇ ਸਮਝੋ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਧੰਨਵਾਦ।